80 ਕੁ ਜਾਨਵਰ ਜਿਹੜੇ ਨੇ ਨਾ ਮੱਝਾਂ ਹੋਣੀਆਂ ਨੇ ਇੱਥੇ 70-80 ਗਾਵਾਂ ਇਧਰ ਨੇ ਖੁਸ਼ਕ ਚਾਰਾਂ ਦਾ ਇਸਤੇਮਾਲ ਕਰਨੇ ਨਾਲ ਸਾਈਲੇਜ ਬਣਾਇਆ ਆ ਜੇ ਇਹਨਾਂ ਵਿੱਚ ਇੰਨਾ ਹੀ ਘਾਟਾ ਹੁੰਦਾ ਤਾਂ ਉਹ ਹੁਣ ਤੱਕ ਇਹ ਬਰੀਡ ਬਚੀ ਹੁੰਦੀ ਇਹ 20-22 ਕਿਲੋ ਦੁੱਧ ਜਿਹੜਾ ਹੈ ਨਾ ਆਮ ਰੈਗੂਲਰ ਇਹ ਵਾਲੀ ਜਿਹੜੀ ਹੈ ਉਹ ਗਾਏ ਰੱਖੋ ਤੁਸੀਂ ਉਹਦੇ ਤੋਂ ਆਪਣੀ ਰੇਸ਼ੋ ਕੱਢੋ ਜੀ। ਅਸਲਾਮ ਅਲੈਕੁਮ ਮਲਕ ਸਾਹਿਬ। ਵਾਲੇਕੁਮ ਸਲਾਮ। ਕੀ ਹਾਲ ਹੈ? ਖੈਰੀਅਤ? ਇਹ ਜਿਹੜੀਆਂ ਤੁਸੀਂ ਮੱਝਾਂ ਰੱਖੀਆਂ ਨੇ ਇਹਨਾਂ ਦੇ ਬਾਰੇ ਤੁਸੀਂ ਸਾਨੂੰ ਮਾਲੂਮਾਤ ਦਿਵੋ ਕਿ ਇਹ ਤੁਸੀਂ ਕਿਦੋਂ ਤੋਂ ਲੈ ਕੇ ਤੁਹਾਡਾ ਕੰਮ ਤੁਸੀਂ ਸਟਾਰਟਅਪ ਲਿਆ ਹੈ ਔਰ ਕਿੰਨੇ ਜਾਨਵਰਾਂ ਤੋਂ ਸ਼ੁਰੂ ਕੀਤਾ ਸੀ ਔਰ ਅੱਜ ਕਿੰਨੇ ਜਾਨਵਰ ਨੇ? ਇਨਾਮ ਭਾਈ ਹੈ ਨਾ ਜਾਨਵਰ ਹੁਣ ਮੌਕੇ ਤੇ ਹੋਣੇ ਨੇ ਇਸ ਫਾਰਮ ਦੇ ਵਿੱਚ ਨਾ ਇਸ ਸੈਸ਼ਨ ਦੇ ਵਿੱਚ ਜੀ ਤਕਰੀਬਨ 80 ਕੁ ਜਾਨਵਰ ਜਿਹੜੇ ਨੇ ਨਾ ਮੱਝਾਂ ਹੋਣੀਆਂ ਨੇ ਇੱਥੇ ਠੀਕ ਹੈ। 5-7 ਬਾਹਰ ਨੇ ਜੀ ਤੇ 70-80 ਗਾਵਾਂ ਇਧਰ ਨੇ ਸਹੀ ਹੈ। ਤੇ ਦੂਸਰੇ ਜਿਹੜੇ ਗੱਬਨ ਸੈਸ਼ਨ ਨੇ ਨਾ ਜੀ ਉਹ ਉੱਥੇ ਵੀ ਕੁਝ 70-80 ਜਾਨਵਰ ਨੇ। ਅੱਛਾ ਇਹ ਦੱਸੋ ਇਹਨਾਂ ਦੇ ਚਾਰੇ ਦਾ ਜਿਹੜਾ ਉਹ ਤੁਹਾਡਾ ਕੀ ਨਿਜ਼ਾਮ ਹੈ? ਆਇਆ ਕਿ ਸਬਜ਼ ਚਾਰਾ ਚਲਾ ਰਹੇ ਹੋ, ਸਾਈਲੇਜ ਚਲਾ ਰਹੇ ਹੋ ਜਾਂ ਖੁਸ਼ਕ ਚਾਰਾ ਇਸਤੇਮਾਲ ਕਰ ਰਹੇ ਹੋ ਤੁਸੀਂ? ਜੀ ਖੁਸ਼ਕ ਚਾਰਾ ਦਾ ਇਸਤੇਮਾਲ ਕਰਨੇ ਨਾਲ ਸਾਈਲੇਜ ਬਣਾਇਆ ਹੈ ਆਪਣਾ। ਠੀਕ ਹੈ। ਉਹ ਹੁਣ ਜਿਹੜਾ ਹੈ ਨਾ ਜਿਹੜੀ ਐਤਕੀ ਮਕਈ ਲੱਗੀ ਉਹਦੇ ਵਿੱਚ ਕਾਫੀ ਅੱਛਾ ਸਾਈਲੇਜ ਬਣਿਆ ਹੈ। ਠੀਕ ਹੈ। ਇਹ ਇੱਕ ਜਾਨਵਰ ਜਿਹੜਾ ਹੈ ਇਹ ਵੈਸੇ ਯਾਨੀ ਕਿ ਜਿਨ੍ਹਾਂ ਨੇ ਪੱਠਾ ਮੁੱਲ ਨਹੀਂ ਖਰੀਦਣਾ ਆਪ ਜ਼ਮੀਨ ਚੋਂ ਕੱਟ ਕੇ ਲਿਆਣਾ ਹੈ ਲਿਆ ਕੇ ਪਾਣਾ ਹੈ ਕੋਈ ਅੰਦਾਜ਼ਾ ਨਹੀਂ ਹੁੰਦਾ ਕਿ ਇੱਕ ਜਾਨਵਰ ਕਿੰਨਾ ਪੱਠਾ ਖਾ ਲੈਂਦਾ ਹੈ ਨਾ। ਇਹਦਾ ਵੈਸੇ ਮੋਟਾ ਜਿਹਾ ਇੱਕ ਅੰਦਾਜ਼ਾ ਦੇ ਦਵੋ ਕਿ ਇੱਕ ਮੱਝ ਜਿਹੜੀ 24 ਘੰਟੇ ਦੇ ਵਿੱਚ ਕਿੰਨੇ ਕੋ ਪੱਠੇ ਖਾ ਲੈਂਦੀ, ਕਿੰਨਾ ਕੁ ਚਾਰਾ ਖਾ ਲੈਂਦੀ ਹੈ? ਕੋਈ ਮੱਝ ਨੂੰ ਕੋਈ ਮਨ 1.5 ਮਨ ਜਿਹੜਾ ਹੈ ਨਾ ਠੀਕ ਹੈ ਉਹ ਡਾਲਣਾ ਚਾਹੀਦਾ ਜੀ ਚਾਰਾ ਤਾਂ ਕਿ 24 ਘੰਟੇ ਤੱਕ ਜਿਹੜਾ ਉਹ ਖਾਂਦੀ ਰਹੇ। ਜੀ ਬਿਲਕੁਲ। ਅੱਛਾ ਮੱਝ ਦੀ ਜਿਹੜੀ ਦੁੱਧ ਦੀ ਐਵਰੇਜ ਹੈ ਜੀ ਉਹ ਕਿੰਨੀ ਕੁ ਹੈ? ਮੱਝ ਦੀ ਦੁੱਧ ਦੀ ਐਵਰੇਜ ਜਿਹੜੀ ਹੈ ਨਾ ਫਰਕੀ ਹੈ ਜਿੰਸਾਂ ਦੇ ਹਿਸਾਬ ਨਾਲ। ਜਿਹੜੀ ਇਹ ਝੋਟੀ ਹੈ ਨਾ ਤੁਹਾਡੇ ਸਾਹਮਣੇ ਜੀ ਇਹਦੀ ਮਾਂ 22 ਕਿਲੋ ਦੁੱਧ ਕਰਦੀ ਸੀ। ਅੱਛਾ ਮਾਸ਼ਾਅੱਲਾ। ਇਹਦੀ ਤੇ ਇਹਦੇ ਵਿੱਚ ਕੋਈ ਸਪੈਸ਼ਲ ਟ੍ਰੀਟਮੈਂਟ ਨਹੀਂ ਸੀ ਜਿਵੇਂ ਹੁੰਦਾ ਹੈ ਨਾ ਕਿ ਮੁਕਾਬਲੇ ਦੀ ਤਿਆਰੀ ਜਾਂ ਕੋਈ ਮਸਾਲੇ ਵਗੈਰਾ ਰੈਗੂਲਰ ਚਾਰੇ ਦੇ। ਸਹੀ ਤੇ ਹੁਣ ਇਹਦੀ ਭੈਣ ਨੇ ਉਹਦੀ ਵੀ ਬੜੀ ਅੱਛੀ ਐਵਰੇਜ ਆ ਰਹੀ ਹੈ ਦੁੱਧ ਦੀ। ਠੀਕ ਹੈ। ਤੇ ਐਸੇ ਤਰ੍ਹਾਂ ਹੀ ਇਹਦਾ ਬਾਪ ਵੀ ਜਿਹੜਾ ਸੀ ਉਹ ਵੀ ਬਹੁਤ ਬੜੀ ਅੱਛੀ ਬਰੀਡ ਦਾ ਸੀ ਜੀ। ਉਹ ਬਾਹਰੋਂ ਖਰੀਦ ਕੇ ਲਿਆਂਦਾ ਸੀ ਤੇ ਉਹ ਮੱਝ ਬੜੀ ਚੰਗੀ ਮਾਂ ਦਾ ਪੁੱਤਰ ਸੀ। ਇੰਦੀਆਂ ਉਸ ਝੋਟੇ ਦੀਆਂ ਹੋਰ ਕਈ ਝੋਟੀਆਂ ਸੂਈਆਂ ਸਾਡੇ ਕੋਲ। ਸਹੀ ਉਹ 2 ਦਾਂਤ ਜਿਹੜੀਆਂ ਨੇ ਨਾ ਝੋਟੀਆਂ ਜੀ ਉਹ ਉਹਨਾਂ ਡਿਲੀਵਰੀ ਕਰਤੀ ਆ। ਕਿਉਂਕਿ ਆਮ ਰੂਟੀਨ 'ਚ ਨਾ ਇਹੋ ਹੀ ਤਾਸਰ ਪਾਇਆ ਜਾਂਦਾ ਹੈ ਕਿ ਬੜੀ ਚੰਗੀ ਮੱਝ ਹੋਏਗੀ ਨਾ ਉਹ 10 ਤੋਂ 12 ਕਿਲੋ ਦੁੱਧ ਕਰਦੀ, ਇਸ ਤੋਂ ਜ਼ਿਆਦਾ ਕਰਦੀ ਨਹੀਂ ਹੈ। ਨਹੀਂ ਜਾਨਵਰ ਜਿਹੜੇ ਨੇ ਨਾ ਕਰਦੇ ਨੇ ਦੁੱਧ। ਠੀਕ ਹੈ। ਹਾਂ ਇਹਨਾਂ ਨਾਲ ਪਿਆਰ ਕਰੋ ਨਾ। ਜੀ ਇਹ ਕਰਮਾਂ ਵਾਲੀਆਂ ਅੱਲਾ ਨੇ ਪਰੀਆਂ ਬਣਾਈਆਂ ਹੱਕ ਨਹੀਂ ਰੱਖਦੀਆਂ। ਹਾਂ ਹਾਲਾਂਕਿ ਆਮ ਰੂਟੀਨ 'ਚ ਤੇ ਲੋਕ ਇਹੀ ਕਹਿੰਦੇ ਨੇ ਕਿ ਉਹ ਮੱਝਾਂ ਦੇ ਵਿੱਚ ਘਾਟਾ ਹੈ, ਮੱਝਾਂ ਨੂੰ ਰੱਖਣ ਦਾ ਤੇ ਫਾਇਦਾ ਹੀ ਕੋਈ ਨਹੀਂ ਹੈਗਾ ਕਿ ਮੱਝਾਂ ਤੇ ਜਿਹੜੀਆਂ ਨੇ ਹਮੇਸ਼ਾ ਘਟਾਉਂਦੀਆਂ ਹੀ ਨੇ। ਬਈ ਇਨਾਮ ਇੱਧਰ ਦੇਖੋ ਨਾ ਕਿ ਇਹ ਸਾਡੀ ਹੋਸ਼ ਤੋਂ ਪਹਿਲੇ ਦਾ ਇਹ ਕੰਮ ਚੱਲ ਰਿਹਾ ਹੈ। ਜੀ ਸਾਡੇ ਵੱਡੇ ਦਾਦਾ ਪੜਦਾਦਾ ਕਈਆਂ ਦੇ ਉਹਦੇ ਤੋਂ ਵੀ ਪਹਿਲੇ ਦੇ ਜਿਹੜਾ ਲੋਕਾਂ ਨੂੰ ਪਤਾ ਹੈ ਜਿਹੜੇ ਇਲਮ ਰੱਖਦੇ ਨੇ। ਜੇ ਇਹਨਾਂ ਵਿੱਚ ਇੰਨਾ ਹੀ ਘਾਟਾ ਹੁੰਦਾ ਤਾਂ ਉਹ ਹੁਣ ਤੱਕ ਇਹ ਬਰੀਡ ਬਚੀ ਹੁੰਦੀ ਕਦੀ ਵੀ ਨਾ। ਹਾਂਜੀ ਉਹ ਬਸ ਕਰਨ ਦਾ ਤਰੀਕਾ ਕਾਰ ਹੈ ਆਪੋ ਆਪਣਾ। ਜਿਹੜੇ ਬੰਦੇ ਪਿਆਰ ਕਰਦੇ ਨੇ ਉਹ ਪਿਆਰ ਕਰਦੇ ਨੇ। ਅੱਛਾ ਇਹਦੀ ਨਾ ਮੈਡੀਕੇਸ਼ਨ ਦੇ ਹਵਾਲੇ ਨਾਲ ਥੋੜਾ ਦੱਸ ਦੇਣਾ ਕਿ ਜਾਨਵਰ ਜਦੋਂ ਬਿਮਾਰ ਹੁੰਦੇ ਨੇ ਆਇਆ ਕਿ ਤੁਸੀਂ ਕੋਈ ਵੈਟਰਨਰੀ ਡਾਕਟਰ ਹਾਇਰ ਕੀਤਾ ਹੋਇਆ ਹੈ ਜਾਂ ਫਿਰ ਖੁਦ ਹੀ ਇਹਨਾਂ ਦਾ ਜਿਹੜਾ ਨਾ ਉਹ ਇਲਾਜ ਮੁਆਵਜ਼ਾ? ਜੀ ਇਹਦੀ ਕੋਈ ਵੈਟਰਨਰੀ ਡਾਕਟਰ ਨਹੀਂ ਹਾਇਰ ਕੀਤਾ ਹੋਇਆ। ਠੀਕ ਹੈ। ਤੇ ਦੇਸੀ ਤਰੀਕੇ ਨਾਲ ਇਲਾਜ ਜਿਹੜਾ ਹੈ ਨਾ ਉਹ ਕਰੀਦਾ ਹੈ। ਸੀਨਾ ਬਸੀਨਾ ਇਹਦਾ ਇਲਮ ਜਿਹੜਾ ਹੈ ਨਾ ਉਹ ਚੱਲਦਾ ਆਂਦੇ ਆਏ। ਠੀਕ ਹੈ। ਮੇਰੇ ਵਾਲਿਦ ਸਾਹਿਬ ਨੇ ਅੱਲਾਹ ਪਾਕ ਨੇ ਬਹੁਤ ਹਕਮਤ ਨਵਾਜ਼ਿਆ ਉਹਨਾਂ ਨੂੰ। ਜੀ ਮਾਸ਼ਾਅੱਲਾ। ਉਹ ਆਪਣਾ ਤੇ ਚੱਲਦਾ ਹੈ ਨਾਲ ਦੂਰੋਂ ਬੰਦੇ ਪੁੱਛਣ ਆਉਂਦੇ ਨੇ ਉਹਨਾਂ ਨੂੰ। ਠੀਕ ਹੋ ਗਿਆ। ਕੋਈ ਮਸਲਾ ਮਸਾਇਲ ਜੀ ਕੋਈ ਤੇ ਉਹ ਬੰਦੇ ਯਾਨੀ ਕਿ ਉਹਨਾਂ ਦੀ ਜ਼ਿੰਦਗੀ ਗੁਜ਼ਾਰੀ ਐਸੇ ਕੰਮ ਦੇ ਵਿੱਚ ਤਜਰਬਾ ਹੈ ਉਹਨਾਂ ਨੂੰ। ਹਾਂਜੀ ਅੱਛਾ ਸਾਈਲੇਜ ਦੇ ਬਾਰੇ ਥੋੜਾ ਦੱਸਣਾ ਜ਼ਰਾ ਕਿ ਸਾਈਲੇਜ ਦਾ ਔਰ ਸਬਜ਼ ਚਾਰੇ ਦਾ ਜੀ ਇਹਨਾਂ ਦੇ ਇਸਤੇਮਾਲ ਚੋਂ ਦੋਨਾਂ ਦਾ ਕਿਹਦਾ ਜ਼ਿਆਦਾ ਬੈਨੀਫਿਟ ਹੈ ਜਾਨਵਰ ਦੇ ਹੱਕ ਦੇ ਵਿੱਚ? ਸਹੀ ਸਾਈਲੇਜ ਇੱਕ ਬਤੌਰੇ ਸੁੱਕਾ ਵੀ ਕੰਮ ਕਰਦਾ ਹੈ। ਠੀਕ ਹੈ। ਹਰਿਆ ਵੀ ਕੰਮ ਕਰਦਾ ਹੈ। ਦੂਸਰਾ ਮੇਨ ਚੀਜ਼ ਹੈ ਕਿ ਇੱਕ ਦਫਾ ਕਰਕੇ ਤੁਸੀਂ ਸਟਾਰਟ ਕਰ ਲੈਣਾ ਤੁਹਾਨੂੰ ਰੋਜ਼ ਕੱਟਣ ਦੀ ਕੁਤਰਨ ਦੀ ਉਹਦਾ ਕੋਈ ਇਸ਼ੂ ਨਹੀਂ ਹੋਣਾ। ਦੂਸਰਾ ਉਹਦੀ ਅਫਾਦੀਅਤ ਜਿਹੜੀ ਹੈ ਨਾ ਉਹ ਜ਼ਿਆਦਾ ਹੈ। ਉਹ ਜਿਹੜੇ ਬੰਦੇ ਦੁੱਧ ਦਾ ਖੋਇਆ ਮਰਵਾਉਂਦੇ ਨੇ ਨਾ ਉਹਦਾ ਕਹਾਣ ਦੱਸਦੇ ਨੇ ਕਿ ਜ਼ਿਆਦਾ ਨਿਕਲਦਾ ਹੈ। ਜਿਹੜਾ ਜਾਨਵਰ ਸਾਈਲੇਜ ਖਾਂਦਾ ਹੈ ਨਾ ਉਹਦਾ ਦੁੱਧ ਵਜ਼ਨੀ ਹੁੰਦਾ ਹੈ। ਅੱਛਾ ਯਾਨੀ ਕਿ ਜ਼ਿਆਦਾ ਗਾੜਾ ਦੁੱਧ। ਹਾਂਜੀ ਫੈਟ ਜ਼ਿਆਦਾ ਹੁੰਦੀ ਫੈਟ ਪਰਸੈਂਟੇਜ। ਅੱਛਾ ਅਸੀਂ ਗਾਈਆਂ ਦੇ ਸੈਕਸ਼ਨ ਦੇ ਬਾਰੇ ਥੋੜੀ ਜ਼ਰਾ ਗੱਲ ਕਰ ਲੈਂਦੇ ਆ ਜੀ ਕਿ ਗਾਵਾਂ ਆਮ ਰੂਟੀਨ 'ਚ ਇਹ ਦੇਖੋ ਨਾਜ਼ਰੀਨ ਜਿਹੜੀਆਂ ਨਜ਼ਰ ਆ ਰਹੀਆਂ ਸਾਹਮਣੇ ਇਹ ਆਪਣਾ ਅਹਿਮਦ ਸਾਹਿਬ ਇਹ ਦੱਸਣਾ ਕਿ ਜਿਹੜੀਆਂ ਗਾਵਾਂ ਨੇ ਜੀ ਸਾਡੇ ਇਸ ਪੰਜਾਬ ਵਾਸਤੇ ਇਹਦੇ ਮੌਸਮ ਦੇ ਇਤਬਾਰ ਨਾਲ ਕਿਹੜੀ ਬਰੀਡ ਸਭ ਤੋਂ ਬੈਸਟ ਹੈ? ਇਹ ਤੁਹਾਡੇ ਸਾਹਮਣੇ ਜਰਸੀ ਕ੍ਰੋਸ ਬਰੀਡ ਹੈ ਜੀ। ਇਹ ਵਾਲੀ ਜਿਹੜੀ ਹੈ ਹਾਂਜੀ ਜਰਸੀ ਕ੍ਰੋਸ ਬਰੀਡ ਹੈ ਜੀ। ਜਰਸੀ ਕ੍ਰਾਸ ਦੇ ਵਿੱਚ ਏਡਾ ਵੱਡਾ ਘੱਟ ਜਿਹੜਾ ਨਾ ਨਹੀਂ ਲੱਭਦਾ ਛੇਤੀ। ਠੀਕ ਹੈ। ਕਮ ਜਾਨਵਰਾਂ ਦੇ ਵਿੱਚ ਹੁੰਦਾ ਹੈ। ਠੀਕ ਹੋ ਗਿਆ। ਤੇ ਉਹ ਕ੍ਰਾਸ ਬਰੀਡ ਜਿਹੜੀ ਹੈ ਨਾ ਉਹ ਫਿਲਹਾਲ ਕਾਮਯਾਬ ਹੈ ਜਿੰਦੇ ਤੇ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ। ਇਹ ਨਾ ਹੁਣ ਡਾਕਟਰ ਮੁਜ਼ੰਮਲ ਚੱਲ ਰਹੇ ਨੇ ਫੇਸਬੁੱਕ ਤੇ ਨਾ ਅਕਸਰ ਵੀਡੀਓਜ਼ ਉਹਨਾਂ ਦੀਆਂ ਆਉਂਦੀਆਂ ਨੇ
ਤੇ ਇਸ ਕੈਟਾਗਰੀ ਦੇ ਜਾਨਵਰ ਨੂੰ ਨਾ ਬਹੁਤ ਪਸੰਦ ਕਰਦੇ ਨੇ। ਅੱਛਾ, ਇਹ ਸਾਹਮਣੇ ਆ ਜਿਹੜੀ ਗਾय ਹੈ ਨਾ, ਇਹ ਜਿਹੜੀ ਸਾਹਮਣੇ ਮੇ, ਹਾਂਜੀ ਹਾਂਜੀ, ਇਹ ਕਿਹੜੀ ਜਰਸੀ ਕਰਾਸ ਹੈ? ਇਹ ਜਰਸੀ ਕਰਾਸ ਹੈ, ਮੀਡੀਅਮ ਫਲੇਮ ਦਾ ਜਾਨਵਰ ਹੈ, ਛੋਟਾ ਜਿਹਾ ਜਾਨਵਰ, ਬਿਲਕੁਲ ਛੋਟਾ ਜਿਹਾ। ਠੀਕ ਹੈ। ਤੇ ਇਹ 20-22 ਕਿਲੋ ਦੁੱਧ ਜਿਹੜਾ ਹੈ ਨਾ ਆਮ ਰੈਗੂਲਰ ਇਹ ਵਾਲੀ ਜਿਹੜੀ ਹੈ, ਇਹ ਵਾਲੀ ਮਾਸ਼ਾਅੱਲਾ 20-22 ਕਿਲੋ ਹੁਣ ਕਰਦੀ ਪਈ ਐ ਇਸ ਟਾਈਮ। ਹਾਂ, ਹਾਲਾਂਕਿ ਸਾਡੇ ਕਈ ਐਸੇ ਫਾਰਮਰ ਭਰਾ ਨੇ ਜਿਹੜੇ ਪਿਓਰ ਲਿਆ ਕੇ ਤੇ ਉਹਨਾਂ ਕੋਲੋਂ ਇੰਨੀ ਐਵਰੇਜ ਨਹੀਂ ਲਈ ਜਾ ਰਹੀ। ਹਾਂਜੀ, ਠੀਕ ਹੈ। ਉਹ ਤਾਂ ਯਾਨੀ ਕਿ ਸਮਝ ਇਹ ਆਂਦੀ ਹੈ ਕਿ ਉਹਨਾਂ ਕੋਲੋਂ ਜਿਹੜਾ ਨਾ ਟੈਂਪਰੇਚਰ ਜਿਹੜਾ ਉਹ ਮੇਨਟੇਨ ਕਰਨਾ। ਹਾਂਜੀ, ਦੂਸਰਾ ਸਾਡੇ ਜਿਹੜੇ ਭਾਈ ਨੇ ਨਾ ਜੀ ਜੀ, ਉਹ ਵਲੈਤੀ ਜਾਨਵਰ ਲਿਆ ਕੇ ਤੇ ਉਹਨਾਂ ਨੂੰ ਦੇਸੀ ਤਰੀਕੇ ਨਾਲ ਟ੍ਰੀਟ ਕਰਨ ਲੱਗ ਪੈਂਦੇ ਨੇ। ਹਾਂ, ਗੱਲ ਸਮਝਦੇ ਜੀ, ਗਲਤੀ ਜਿੱਥੇ ਆਂਦੀ ਹੈ। ਹਾਂਜੀ ਹਾਂਜੀ, ਉਹਨੂੰ ਦੇਸੀ ਤਰੀਕੇ ਨਾਲ ਤੁਸੀਂ ਟ੍ਰੀਟ ਕਰੋਗੇ, ਉਹਨੂੰ ਗਰਮ ਚੀਜ਼ ਦਿਓਗੇ, ਉਹ ਬਰਦਾਸ਼ਤ ਨਹੀਂ ਕਰਦੀ। ਬਿਲਕੁਲ ਸਹੀ। ਜਾਨਵਰ ਨੂੰ ਕਦੀ ਵੀ ਉਹਦੇ ਕੋਲੋਂ ਦੁੱਧ ਲੈਣ ਵਾਸਤੇ ਨਾ ਹਾਈਪੋਟੈਂਸੀ ਖੁਰਾਕ ਨਾ ਡਾਲੋ। ਇਹਨਾਂ ਵਾਸਤੇ ਤੁਸੀਂ ਜਿਹੜਾ ਇਹਨਾਂ ਦਾ ਹੈਗਾ ਬਰੀਡਿੰਗ ਸਿਸਟਮ ਜਿਹੜਾ ਜੀ, ਇਹ ਤੁਸੀਂ ਬਰੀਡਰ ਰੱਖਿਆ ਹੋਇਆ ਹੈ? ਹਾਂਜੀ, ਬਰੀਡਰ ਬਹੁਤ ਕਾਬਲ ਜਿਹਾ, ਦੇਖੋ ਜ਼ਰਾ ਪਿੱਛੇ ਕਿਹੜਾ ਇਹ ਵਾਈਟ ਵਾਲਾ? ਹਾਂਜੀ, ਇਹ ਵਾਈਟ ਜਿਹੜਾ ਹੈ, ਵਾਈਟ ਵਾਲਾ, ਇਹ ਮਾਸ਼ਾਅੱਲਾ। ਵੀ ਕ੍ਰੋਸ ਬਰੀਡ ਦਾ ਜਾਨਵਰ ਹੈ। ਅੱਛਾ ਅੱਛਾ, ਮਾਸ਼ਾਅੱਲਾ। ਲੋ ਜੀ, ਸਪੈਸ਼ਲ ਬਰੀਡਰ ਹੈ। 2 ਦਾਂਤ ਤੇ ਫਰੈਸ਼ 4 ਦਾਂਤ ਨਿਕਾਲ ਰਿਹਾ ਹੈ। ਜੀ ਜੀ ਜੀ, ਖੀਰਾ ਸੀ ਜਦੋਂ ਇਹ ਹੀ ਛੋਟਾ ਬੱਚਾ ਸੀ। ਅੱਛਾ ਅੱਛਾ ਅੱਛਾ, ਤੇ ਇਹਦਾ ਵੀ ਜਿਹੜਾ ਬੱਚਾ ਪੈਦਾ ਹੋਏਗਾ ਨਾ, ਉਹ ਵੀ ਅੱਲਾ ਦੀ ਰਹਿਮਤ ਨਾਲ ਕੋਈ 20 ਲੀਟਰ ਦੁੱਧ ਜਿਹੜਾ ਹੈ ਨਾ ਉਹ ਕਰਨ ਦੀ ਸਲਾਹੀਅਤ ਰੱਖੇਗਾ। ਮਾਸ਼ਾਅੱਲਾ। ਇਨਾਮ ਭਾਈ, ਕੋਈ ਵੀ ਕੰਮ ਕਰਨਾ ਹੋਏ ਨਾ, ਪਹਿਲੇ ਉਹਨੂੰ ਸਿੱਖਣਾ ਚਾਹੀਦਾ ਹੈ। ਸਿੱਖਣ ਦਾ ਤਰੀਕਾਕਾਰ ਜਿਹੜਾ ਹੈ ਨਾ ਪ੍ਰੈਕਟੀਕਲ, ਉਹਦੇ ਨਾਲ ਦੀ ਗੱਲ ਕੋਈ ਨਹੀਂ। ਸਹੀ ਹੈ, ਉਹਦੇ ਨਾਲ ਦੀ ਗੱਲ ਕੋਈ ਨਹੀਂ ਹੈ। ਤੇ ਉਹ ਨਾ ਸਾਡੇ ਇੱਕ ਭਾਈ ਸਨ, ਉਹਨਾਂ ਨੇ ਨਾ ਫਾਰਮ ਬਣਾਇਆ ਤੇ ਤੁਸੀਂ ਯਕਦਮ ਜਿਹੜਾ ਹੈ ਨਾ ਵਲੈਤੀ ਗਾਂ ਤੁਸੀਂ ਲਿਆਓਗੇ ਨਾ, ਜਾਂ ਉਹ ਗਾਂ ਲੈ ਕੇ ਆਓਗੇ ਜਿੰਦੇ ਚ ਜ਼ਿਆਦਾ ਖਰਾਸ ਹੈ, ਤੁਸੀਂ ਨੁਕਸਾਨ ਉਠਾਓਗੇ। ਅੱਛਾ, ਤੁਸੀਂ ਨੁਕਸਾਨ ਉਠਾਓਗੇ ਕਿਉਂਕਿ ਉਹਦੇ ਵਿੱਚ ਕੂਵਤ ਤੇ ਬਰਦਾਸ਼ਤ ਘੱਟ ਹੁੰਦੀ ਹੈ। ਤੁਸੀਂ ਉਹ ਜਾਨਵਰ ਲਵੋ ਜਿਵੇਂ ਮੱਝ ਲਵੋ, ਠੀਕ ਹੈ, ਜਿਵੇਂ ਤੁਸੀਂ ਦੇਸੀ ਗਾਂ ਜਾਂ ਕਰਾਸ, ਦੇਸੀ ਦੇ ਵਿੱਚ ਹਲਕਾ ਕਰਾਸ ਹੋਏ, ਠੀਕ ਹੈ, ਉਹ ਗਾਂ ਰੱਖੋ। ਤੁਸੀਂ ਉਹਦੇ ਤੋਂ ਆਪਣੀ ਰੇਸ਼ੋ ਕੱਢੋ। ਠੀਕ, ਉਹਨਾਂ ਤੇ ਤਕਰੀਬਨ ਕੋਈ 1 ਸਾਲ ਜਾਂ 2 ਸਾਲ ਦਾ ਕੋਰਸ ਕਰੋ ਆਪਣਾ। ਠੀਕ ਹੈ, ਕੋਈ 10 ਕ ਜਾਨਵਰ ਤੁਸੀਂ ਰੱਖ ਲਓ ਜੀ ਜੀ, ਤੇ ਉਹਦੇ ਤੇ ਤੁਹਾਨੂੰ ਪ੍ਰੈਕਟੀਕਲ ਤੁਹਾਡਾ ਪਤਾ ਚੱਲ ਜਾਏਗਾ। ਫਿਰ ਆਇਸਾ ਉਹਦੇ ਵਿੱਚ ਜਿਹੜਾ ਹੈ ਨਾ ਤੁਸੀਂ ਆਪਣਾ ਵਲੈਤੀ ਬਲੱਡ ਸ਼ਾਮਲ ਕਰੋ। ਮੱਝਾਂ ਦੇ ਕੰਮ ਦਾ ਜਾਂ ਗਾਵਾਂ ਦੇ ਕੰਮ ਦੇ ਬਾਰੇ, ਜੀ, ਠੀਕ ਹੈ, ਯਾਨੀ ਕਿ ਡੇਅਰੀ ਦਾ ਜਿਹੜਾ ਵੀ ਕੰਮ ਹੈ, ਦੁੱਧ ਦਾ ਜਿਹੜਾ ਕੰਮ ਹੈ, ਇਹਦੇ ਬਾਰੇ ਤੁਸੀਂ ਨਾ ਜ਼ਰਾ ਸਹੀ ਖੁੱਲੇ ਤੇ ਵਾਜ਼ਿਹ ਅਲਫਾਜ਼ ਦੇ ਵਿੱਚ ਇਹ ਤੁਸੀਂ ਦੱਸ ਦਿਓ ਸਾਡੇ ਦੇਖਣ ਵਾਲਿਆਂ ਨੂੰ ਕਿ ਆਇਆ ਕਿ ਇਸ ਕੰਮ ਦੇ ਵਿੱਚ ਕੋਈ ਮੁਨਾਫਾ ਵੀ ਹੈ ਵੇ ਕਿ ਨਹੀਂ, ਕਿ ਘਾਟਾ ਹੀ ਘਾਟਾ ਹੈ। ਕਿਉਂਕਿ ਆਮ ਰੂਟੀਨ 'ਚ ਨਾ ਜਿਹੜਾ ਤਾਸਰ ਪਾਇਆ ਜਾਂਦਾ ਨੇ ਉਹ ਇਹੀ ਪਾਇਆ ਜਾਂਦਾ ਹੈ ਕਿ ਨਹੀਂ ਨਹੀਂ ਇਹ ਕੰਮ ਨਹੀਂ ਕਰਨਾ, ਇਹਦੇ ਵਿੱਚ ਘਾਟਾ ਹੈ, ਇਹਦੇ ਵਿੱਚ ਘਾਟਾ ਹੈ। ਕਿ ਤੁਸੀਂ ਆਪਣੀ ਜ਼ਿੰਦਗੀ ਦੇ ਪ੍ਰੈਕਟੀਕਲ ਦੀ ਬੁਨਿਆਦ ਤੇ ਤੁਸੀਂ ਇਹ ਦੱਸੋ ਕਿ ਇਹਦੇ ਵਿੱਚ ਕੀ ਖੋਇਆ ਜਾਂਦਾ ਤੇ ਕੀ ਪਾਇਆ ਜਾਂਦਾ। ਇਨਾਮ ਭਾਈ, ਗੱਲ ਹੈ ਮਿਹਨਤ ਦੀ। ਜੀ, ਉਹ ਸਾਡਾ ਇਹ ਮਾਨ ਨਹੀਂ ਕਿ ਅੱਲਾਹ ਪਾਕ ਮਿਹਨਤ ਨਹੀਂ ਰੱਖਦਾ। ਬਿਲਕੁਲ ਸਹੀ। ਤੇ ਕੰਮ ਜਿਹੜਾ ਵੀ ਕਰੋ ਨਾ, ਮਿਹਨਤ ਨਾ ਕਰੋ, ਦਿਲ ਲਗਾ ਕੇ ਕਰੋ, ਜੀ, ਤੁਹਾਨੂੰ ਉਹਦਾ ਮੁਨਾਫਾ ਮਿਲੇਗਾ। ਬਿਲਕੁਲ ਸਹੀ। ਇਹਦੇ ਵਿੱਚ ਮੁਨਾਫਾ ਹੈ, ਠੀਕ ਹੈ, ਤੇ ਅਸੀਂ ਵੀ ਕਰਨੇ ਪਏ ਆ, ਬਿਲਕੁਲ ਸਹੀ। ਸਾਡੇ ਵੱਡੇ ਵੀ ਕਰਦੇ ਰਹੇ ਨੇ। ਜੀ ਜੀ ਕਈ ਸਾਡੇ ਖਾਨਦਾਨ ਨੇ, ਕਈ ਭਰਾ ਨੇ, ਜੀ ਜੀ, ਉਹਨਾਂ ਨੂੰ ਪਤਾ ਹੈ ਕਿ ਸਾਡੇ ਵੱਡਿਆਂ ਨੇ ਸਾਨੂੰ ਪਾਲਿਆ ਹੀ ਇਹਨਾਂ ਤੋਂ ਹੈ। ਸਹੀ 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 ਸਹੀ। ਸਾਡੇ ਵੱਡਿਆਂ ਨੇ ਸਾਨੂੰ ਪਾਲਿਆ ਹੀ ਇਹਨਾਂ ਤੋਂ ਹੈ। ਤੇ ਹੁਣ ਅਸੀਂ ਜਨਾਬ ਅੱਲਾ ਜਦੋਂ ਨਵੇਂ ਕਾਰੋਬਾਰ ਵੇਖ ਲਈਏ, ਜੀ, ਦੂਸਰੇ ਤੀਸਰਾ ਦੇਖ ਕੇ ਤੇ ਫਿਰ ਅਸੀਂ ਕਹਿ ਦਈਏ ਕਿ ਭਈ ਇਹਨਾਂ 'ਚ ਘਾਟਾ ਹੈ, ਬਿਲਕੁਲ ਉਹ ਗੱਲ ਮੁਨਾਸਬ ਨਹੀਂ। ਬਿਲਕੁਲ ਸਹੀ। ਇਹਦੀ ਜਾਂਚ ਸਿੱਖਣੀ ਚਾਹੀਦੀ। ਜੀ ਨਾਜ਼ਰੀਨ, ਤੁਸੀਂ ਅੱਜ ਦਾ ਸਾਡਾ ਵਲੌਗ ਦੇਖਿਆ ਹੈ। ਸਾਡਾ ਵਲੌਗ ਬਣਾਉਣ ਦਾ ਮਕਸਦ ਸਿਰਫ ਇਹ ਸੀ ਕਿ ਜਿਹੜੇ ਵੀ ਕੋਈ ਐਸੇ ਭੈਣ ਭਾਈ ਜਾਂ ਐਸੇ ਭਾਈ ਜਿਹੜੇ ਨੇ, ਐਸੇ ਸਾਡੇ ਕਿਸਾਨ ਭਰਾ ਜਿਹੜੇ ਫਾਰਮਿੰਗ ਕਰਨਾ ਚਾਹੁੰਦੇ ਨੇ, ਆਇਆ ਕਿ ਉਹ ਮੱਝਾਂ ਦੀ ਫਾਰਮਿੰਗ ਕਰਨਾ ਚਾਹੁੰਦੇ ਨੇ ਜਾਂ ਗਾਵਾਂ ਦੀ ਫਾਰਮਿੰਗ ਕਰਨਾ ਚਾਹੁੰਦੇ ਨੇ। ਸਾਡੇ ਕਿਸਾਨ ਭਰਾ ਜਿਹੜੇ ਨੇ ਨਾ ਆਲਰੇਡੀ ਕਰ ਰਹੇ ਨੇ। ਜੀ 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 ਜੀ, ਉਹ ਕਈ ਪੜ੍ਹੇ ਲਿਖੇ ਬੰਦੇ ਜਿਹੜੇ ਨੇ ਨਾ, ਜੀ, ਉਹ ਹੁਣ ਇਸ ਸ਼ੋਬੇ ਨਾਲ ਮੁੰਸਲਿਕ ਹੋਣਾ ਚਾਹ ਰਹੇ ਨੇ। ਬਿਲਕੁਲ ਇਸ ਤਰ੍ਹਾਂ ਹੀ। ਉਹਨਾਂ ਦਾ ਇਲਮ ਹਲੇ ਕਿਤਾਬ ਦੀ ਹੱਦ ਤੱਕ ਹੈ। ਜੀ ਜੀ ਜੀ, ਉਹ ਇਹਦੀ ਵਜ੍ਹਾ ਤੋਂ ਜਿਹੜਾ ਜਦੋਂ ਪ੍ਰੈਕਟੀਕਲ ਚਾਹੁੰਦੇ ਨੇ ਨਾ, ਜੀ, ਮੇਨ ਚੀਜ਼ ਹੈ ਇਮਾਨਦਾਰੀ ਕਿਸੇ ਵੀ ਕੰਮ ਦੇ ਵਿੱਚ। ਬਿਲਕੁਲ ਸਹੀ ਇਸ ਤਰ੍ਹਾਂ। ਉਹ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰੋ, ਜੀ, ਉਹਦੇ ਤੋਂ ਬਾਅਦ ਅੱਲਾ ਰਹਿਮਤ ਕਰੇ ਤੇ ਅੱਗੋਂ ਵੀ ਬੰਦੇ ਨੂੰ ਇਮਾਨਦਾਰ ਬੰਦੇ ਮਿਲਦੇ ਨੇ। ਬਿਲਕੁਲ ਇਸ ਤਰ੍ਹਾਂ ਹੀ। ਜਦੋਂ ਬੰਦੇ ਦੇ ਵਿੱਚ ਆ ਫਰਕ ਹੁੰਦਾ ਹੈ ਨਾ, ਜੀ, ਬੰਦਾ 100 ਬੰਦੇ ਦੇ ਖਿਆਲ ਆ ਜਾਂਦੇ ਨੇ ਸ਼ਹਿਰੀ ਚਲਾਕੀ, ਤੇ ਉਹ ਇਹਦੇ ਤੋਂ ਬੰਦੇ ਨੂੰ ਬਚਣਾ ਚਾਹੀਦਾ ਹੈ। ਇਹਨਾਂ ਖਿਆਲਾਂ ਤੋਂ ਨੀਅਤ ਆਪਣੀ ਠੀਕ ਰੱਖਣੀ ਚਾਹੀਦੀ। ਬਿਲਕੁਲ। ਤੇ ਤੁਸੀਂ ਇਮਾਨਦਾਰੀ ਨਾਲ ਕੰਮ ਕਰੋ ਔਰ ਅੱਲਾ ਬਰਕਤ ਹੀ ਬਰਕਤ ਹੀ ਬਰਕਤ, ਫਾਇਦੇ ਹੀ ਫਾਇਦੇ, ਇੰਸ਼ਾਅੱਲਾ, ਦੁਨੀਆ ਦੇ ਵੀ ਤੇ ਆਖਿਰਤ ਦੇ ਵੀ। ਜੀ, ਇਨਾਮ ਭਾਈ, ਬੰਦਾ ਕਮਾਈ ਕਰਕੇ ਆਪਣੇ ਘਰ ਖੜਦਾ ਹੈ, ਜੀ, ਨਾਮਾ ਮਾਲ ਦੇ ਵਿੱਚ ਮੁਸਬਤ ਇਜ਼ਾਫਾ ਹੁੰਦਾ ਹੈ। ਬਿਲਕੁਲ ਇਸ ਤਰ੍ਹਾਂ ਹੀ। ਉਹ ਜਨਾਬ ਅੱਲਾ ਤੇ ਦੁਨੀਆ ਵੀ ਇੱਜ਼ਤ ਕਰਦੀ ਹੈ। ਜੀ ਜੀ, ਬਿਲਕੁਲ। ਦੁਨੀਆ ਉਹ ਆਖਿਰਤ ਤੇ ਭਲਾ ਉਸ ਬੰਦੇ। ਹਾਲਾਂ ਅਗਰ ਦੇਖਿਆ ਜਾਏ ਨਾ, ਦੁੱਧ ਦੇ ਵਿੱਚ ਪਾਣੀ ਪਾਣਾ ਸੌਖਾ ਹੈ, ਲੇਕਿਨ ਉਹਦਾ ਜਿਹੜਾ ਰਿਜ਼ਲਟ ਮਿਲਦਾ ਹੈ ਨਾ, ਉਹ ਉਜਾੜੇ ਦੀ ਸੂਰਤ ਚ ਮਿਲਦਾ ਹੈ। ਹਾਂਜੀ, ਉਹਦੇ ਵਿੱਚ ਬਰਕਤ ਕੋਈ ਨਹੀਂ ਰਹਿੰਦੀ ਹੈ। ਬਈ ਇਨਾਮ ਇਹੋ ਹੀ ਗੱਲ ਜੇ ਜਿਹੜੇ ਬੰਦੇ ਦਾ ਧਿਆਨ ਹੋ ਜਾਣਾ ਨਾ ਕਿ ਮੈਂ ਪਾਣੀ ਪਾ ਲਵਾਂ ਦੁੱਧ ਦੇ ਵਿੱਚ,
ਉਸ ਬੰਦੇ ਨੇ ਜਾਨਵਰਾਂ ਦਾ ਧਿਆਨ ਨਹੀਂ ਕਰਨਾ। ਜਾਨਵਰਾਂ ਤੇ ਜਿਹੜੇ ਬੰਦੇ ਦਾ ਦੁੱਧ ਹੈ ਨਾ, ਦੁੱਧ ਬੰਦੇ ਦਾ ਘਟ ਗਿਆ, ਬੰਦੇ ਦਾ ਖਰਚੇ ਤੋਂ ਜਿਹੜਾ ਹੈ ਨਾ ਹੋ ਗਿਆ, ਬੰਦੇ ਨੇ ਸੋਚਣਾ ਹੈ ਕਿ ਯਾਰ ਪਾਣੀ ਮੈਂ ਪਾਣਾ ਨਹੀਂ, ਮੱਝਾਂ ਦਾ ਧਿਆਨ ਕਰੀਏ, ਮੱਝਾਂ ਕਿਉਂ ਘਟੀਆਂ ਨੇ। ਜਿਹੜੇ ਬੰਦੇ ਦਾ ਉਂਝ ਘਟਣਾ ਹੈ ਨਾ, ਉਹਨੇ ਪਾਣਾ ਪਾਣੀ, ਬਿਲਕੁਲ ਉਹਨੇ ਪਾਣਾ, ਮੱਝਾਂ ਲਈ ਉਹਨੇ ਧਿਆਨ ਨਹੀਂ ਕਰਨਾ, ਬਿਲਕੁਲ ਉਹਦੀਆਂ ਜਾਨਵਰ ਜ਼ਾਇਆ ਹੁੰਦੇ ਰਹਿੰਦੇ ਨੇ। ਅੱਲਾਹ ਤੁਹਾਡਾ ਭਲਾ ਕਰੇ। ਬਿਲਕੁਲ ਉਹਦੇ ਜਾਨਵਰ ਜ਼ਾਇਆ ਹੁੰਦੇ ਨੇ, ਔਰ ਉਹ ਬੰਦਾ ਕਦੇ ਵੀ ਮੁਨਾਫੇ ਵੱਲ ਨਹੀਂ ਜਾ ਸਕਦਾ, ਹਮੇਸ਼ਾ ਇਮਾਨਦਾਰੀ ਔਰ ਮਿਹਨਤ ਜਿੰਦੀ ਦੁਕਾਨ ਬੰਦੇ ਨੂੰ ਮਰਨ ਨਹੀਂ ਦਿੰਦੀ। ਹਾਂ, ਇਹ ਸਾਡੀ ਦੁਕਾਨਦਾਰੀ ਹੈ। ਬਿਲਕੁਲ ਜੇ ਤੁਸੀਂ ਵੇਖੋ ਨਾ, ਉਂਝ ਦੇ ਇਹ ਫਰਦ ਬਣ ਜਾਂਦੇ ਨੇ, ਇਹ ਜਾਨਵਰ ਜਿਹੜੇ ਨੇ ਨਾ ਬੰਦੇ ਦੇ ਸਾਥੀ ਬਣ ਜਾਂਦੇ ਨੇ। ਤੁਸੀਂ ਇਹਨੂੰ ਦੁਕਾਨਦਾਰੀ ਕਹਿ ਲਓ, ਬੰਦੇ ਦੀ ਦੁਕਾਨ ਹੀ ਟੁੱਟ ਗਈ, ਬਿਲਕੁਲ ਉਹਨੇ ਰੋਜ਼ ਦਾ 1000-1500 ਜਾਂ 2000 ਦਾ ਪਾਣੀ ਪਾ ਲੇਗਾ, ਉਹ ਕੀ ਹੁੰਦਾ ਫਾਇਦਾ। ਬਜ਼ੁਰਗ ਬੁਲਾ ਕੇ ਆਉਂਦੇ ਨੇ, ਪੁਰਾਣੇ ਬਜ਼ੁਰਗ। ਮੈਂ ਇੱਕ ਬਜ਼ੁਰਗਾਂ ਕੋ ਸੁਣਿਆ, ਉਹਨੇ ਆਖਿਆ ਤੁਸੀਂ ਜਾਨਵਰ ਨੂੰ ਰਜਾਓ ਨਾ, ਪੂਰਾ ਰਜਾਓ, ਉਹਦੀ ਪੂਰੀ ਸੇਵਾ ਕਰੋ, ਉਹ ਤੁਹਾਨੂੰ ਦੁੱਧ ਵੀ ਦਿੰਦਾ ਹੈ ਤੇ ਤੁਹਾਡੇ ਵਾਸਤੇ ਦੁਆ ਵੀ ਕਰਦਾ ਹੈ। ਹਾਂਜੀ 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 ਹਾਂਜੀ, ਠੀਕ ਹੈ, ਦੁਆ ਕਰ। ਤੇ ਜਦੋਂ ਦੁਆ ਜਾਨਵਰ ਨੇ ਬੇਜ਼ੁਬਾਨ ਨੇ ਕਰਨੀ ਹੈ ਇੱਕ ਇਮਾਨਦਾਰ ਇਨਸਾਨ ਵਾਸਤੇ, ਤੇ ਫਿਰ ਉਹਦੀ ਰੋਜ਼ੀ ਰੋਟੀ ਤੇ ਬਰਕਤਾਂ ਹੀ ਬਰਕਤਾਂ ਹੋਣੀਆਂ ਨੇ।